पंजाबी शॉर्टहैंड डिक्टेशन स्पीड 100 शब्द प्रति मिनट भी रेडी स्टार्ट। ਰੋਪੜ ਸ਼ਹਿਰ ਹੜੱਪਾ ਕਾਲ ਤੋਂ ਵੀ ਪਹਿਲਾਂ ਭਾਵ ਲਗਭਗ 5000 ਕੁ ਸਾਲ ਪਹਿਲਾਂ ਆਬਾਦ ਹੋ ਗਿਆ ਸੀ। ਡੰਡੀ ਬਰਤਾਨਵੀ ਸ਼ਾਸਨ ਸਮੇਂ ਇਹ ਸ਼ਹਿਰ ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਵਿਚਕਾਰ ਵਟਾਂਦਰੇ ਦਾ ਰਾਹ ਸੀ। ਡੰਡੀ ਇਸ ਦਾ ਅਜੋਕਾ ਨਾਂ ਰੂਪਨਗਰ ਹੈ। ਡੰਡੀ ਇਹ ਲੇਖ ਇਸ ਸ਼ਹਿਰ ਦੇ ਇਤਿਹਾਸ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੀ ਜਾਣਕਾਰੀ ਦਿੰਦਾ ਹੈ। ਡੰਡੀ ਪੰਜਾਬ ਦੇ ਪੁਆਧ ਇਲਾਕੇ ਦੇ ਪ੍ਰਮੁੱਖ ਸ਼ਹਿਰ ਰੋਪੜ ਵਰਤਮਾਨ ਰੂਪਨਗਰ ਦੀ ਸਥਾਪਨਾ ਬਾਰੇ 1923-24 ਦੇ ਅੰਬਾਲਾ ਡਿਸਟ੍ਰਿਕਟ ਗਜ਼ਟੀਅਰ ਵਿੱਚ ਇਹ ਦੰਦ ਕਥਾ ਦਰਜ ਹੈ। ਭਾਰਤ ਤੇ ਮੁਸਲਮਾਨਾਂ ਦੇ ਮੁੱਢਲੇ ਹਮਲਿਆਂ ਸਮੇਂ ਇਸ ਥਾਂ 'ਤੇ ਰੋਕੇਸ਼ਰ ਨਾਮ ਦੇ ਰਾਜੇ ਨੇ ਇਸ ਸ਼ਹਿਰ ਦੀ ਸਥਾਪਨਾ ਕੀਤੀ ਸੀ ਅਤੇ ਇਸ ਦਾ ਨਾਂ ਆਪਣੇ ਪੁੱਤਰ ਰੂਪ ਸੈਨ ਦੇ ਨਾਂ 'ਤੇ ਰੱਖ ਦਿੱਤਾ। ਡੰਡੀ ਇਸ ਰਾਜੇ ਨੂੰ ਰੋਜ਼ਾਨਾ ਕਿਸੇ ਗੁਆਂਢੀ ਪਿੰਡ ਦੀ ਮਸਤੋ ਨਾਂ ਦੀ ਗੁੱਜਰੀ ਦੁੱਧ ਦੀ ਸਪਲਾਈ ਕਰਦੀ ਸੀ। ਡੰਡੀ ਇੱਕ ਦਿਨ ਰੌਸ਼ਨ ਵਲੀ ਨਾਂ ਦਾ ਕੋਈ ਫਕੀਰ ਮਸਤੋ ਨੂੰ ਰਾਹ ਵਿੱਚ ਮਿਲਿਆ ਅਤੇ ਆਮ ਨਾਲੋਂ ਦੁੱਗਣੇ ਮੁੱਲ 'ਤੇ ਦੁੱਧ ਖਰੀਦਣ ਦੀ ਇੱਛਾ ਪ੍ਰਗਟ ਕੀਤੀ। ਡੰਡੀ ਮਸਤੋ ਮੰਨ ਗਈ, ਪਰ ਫਕੀਰ ਨੇ ਦੁੱਧ ਵਿੱਚ ਸਿਰਫ ਆਪਣੀ ਇੱਕ ਉਂਗਲ ਡੋਬੀ ਅਤੇ ਗੁਜਰੀ ਨੂੰ ਰਾਜੇ ਕੋਲ ਜਾਣ ਦਿੱਤਾ। ਡੰਡੀ ਰਾਜੇ ਨੇ ਦੁੱਧ ਚੱਖ ਕੇ ਕਿਹਾ ਕਿ ਇਹ ਝੂਠਾ ਹੈ। ਡੰਡੀ ਮਸਤੋ ਨੇ ਸੱਚ ਦੱਸ ਦਿੱਤਾ ਤਾਂ ਰਾਜਾ ਨੇ ਰੌਸ਼ਨ ਵਲੀ ਨੂੰ ਬੁਲਾ ਕੇ ਉਸ ਦੀ ਉਂਗਲ ਵੱਢ ਦਿੱਤੀ। ਡੰਡੀ ਰਾਜੇ ਤੋਂ ਬਦਲਾ ਲੈਣ ਲਈ ਫਕੀਰ ਆਪਣੇ ਭਤੀਜੇ ਖਾਲਿਦ ਜੋ ਕਿ ਮੁਲਤਾਨ ਦਾ ਹਾਕਮ ਸੀ ਕੋਲ ਗਿਆ ਅਤੇ ਰੋਪੜ ਦੇ ਰਾਜੇ ਵਿਰੁੱਧ ਮਦਦ ਮੰਗੀ। ਡੰਡੀ ਖਾਲਿਦ ਦੇ ਵਿਆਹ ਦੀ ਤਾਰੀਖ ਤੈਅ ਹੋ ਚੁੱਕੀ ਸੀ। ਡੰਡੀ ਇਸ ਲਈ ਉਸ ਨੇ ਵਿਆਹ ਵਿੱਚ ਆਪਣੀ ਨੁਮਾਇੰਦਗੀ ਕਰਨ ਲਈ ਆਪਣਾ ਸਿਰ ਵੱਢ ਕੇ ਮੁਲਤਾਨ ਛੱਡ ਦਿੱਤਾ ਅਤੇ ਬਿਨਾਂ ਧੜ ਦਾ ਸਰੀਰ ਰੌਸ਼ਨ ਵਲੀ ਨਾਲ ਰੋਪੜ ਚਲਿਆ ਗਿਆ। ਡੰਡੀ ਉੱਥੇ ਭਿਆਨਕ ਲੜਾਈ ਹੋਈ ਜਿਸ ਵਿੱਚ ਰਾਜਾ ਰੋਕੇਸ਼ਰ ਹਾਰ ਗਿਆ ਅਤੇ ਇਹ ਇਸਲਾਮ ਕਬੂਲ ਕਰਨ ਲਈ ਤਿਆਰ ਹੋ ਗਿਆ। ਡੰਡੀ ਉਸ ਦੇ ਦੋ ਪੁੱਤਰਾਂ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਪਹਾੜਾਂ ਨੂੰ ਚਲੇ ਗਏ। ਡੰਡੀ ਤੀਜਾ ਪੁੱਤਰ ਮੁਸਲਮਾਨ ਬਣ ਗਿਆ ਅਤੇ ਉਸ ਦੀ ਔਲਾਦ ਦੇ ਸੇਨ ਰਾਜਪੂਤ ਹਨ। ਡੰਡੀ ਰੋਪੜ ਵਿਖੇ ਮਹਾਰਾਜਾ ਰਣਜੀਤ ਸਿੰਘ ਅਤੇ ਵਿਲੀਅਮ ਬੈਂਟਿਕ ਦੀ ਮੁਲਾਕਾਤ 1831 ਚਿੱਤਰ ਜਸਵੰਤ ਸਿੰਘ ਅਜਿਹੀਆਂ ਦੰਦ ਕਥਾਵਾਂ ਅਕਸਰ ਲੋਕ ਕਲਪਨਾ ਦੀ ਉਡਾਣ ਮਾਤਰ ਹੁੰਦੀਆਂ ਹਨ ਅਤੇ ਇਹਨਾਂ ਵਿੱਚ ਸੱਚ ਦਾ ਕਿਣਕਾ ਵੀ ਨਹੀਂ ਹੁੰਦਾ। ਡੰਡੀ ਦਰਅਸਲ ਕਿਸੇ ਸ਼ਹਿਰ ਦੇ ਵਸਣ ਅਤੇ ਵਿਕਸਿਤ ਹੋਣ ਵਿੱਚ ਮੁੱਖ ਭੂਮਿਕਾ ਉਸ ਥਾਂ ਦੀ ਭੂਗੋਲਿਕ ਸਥਿਤੀ ਦੀ ਹੁੰਦੀ ਹੈ। ਡੰਡੀ ਇਸੇ ਲਈ ਲਗਭਗ ਸਾਰੇ ਪੁਰਾਤਨ ਸ਼ਹਿਰ ਦਰਿਆਵਾਂ ਦੇ ਕੰਢਿਆਂ 'ਤੇ ਹੀ ਵਸੇ ਤਾਂ ਜੋ ਖੇਤੀ ਅਤੇ ਨਿੱਤ ਵਰਤੋਂ ਲਈ ਲੋੜੀਂਦਾ ਪਾਣੀ ਸੌਖਿਆਂ ਪ੍ਰਾਪਤ ਹੋ ਜਾਵੇ। ਡੰਡੀ ਰੋਪੜ ਵੀ ਇਸੇ ਦੀ ਇੱਕ ਉਦਾਹਰਣ ਹੈ। ਡੰਡੀ ਇਸ ਥਾਂ 'ਤੇ ਸਤਲੁਜ ਦਰਿਆ ਸ਼ਿਵਾਲਿਕ ਪਹਾੜੀਆਂ ਵਿੱਚ ਘੁੰਮਣ ਘੇਰੀਆਂ ਖਾਂਦਾ ਮੈਦਾਨ ਵਿੱਚ ਉਤਰਦਾ ਹੈ। ਡੰਡੀ ਇਸ ਥਾਂ 'ਤੇ ਵਸੋਂ ਹੋਣੀ ਕੁਦਰਤੀ ਸੀ। ਡੰਡੀ ਪੁਰਾਤੱਤਵੀ ਖੁਦਾਈਆਂ ਤੋਂ ਪਤਾ ਲੱਗਾ ਹੈ ਕਿ ਇਸ ਥਾਂ ਹੜੱਪਾ ਕਾਲ ਤੋਂ ਵੀ ਪਹਿਲਾਂ ਭਾਵ ਲਗਭਗ 5000 ਕੁ ਸਾਲ ਪਹਿਲਾਂ ਆਬਾਦ ਹੋ ਗਿਆ ਸੀ। ਡੰਡੀ ਰੋਪੜ ਵਿਖੇ ਕੋਈ ਪੁਰਾਤੱਤਵੀ ਖੁਦਾਈ ਦਾ ਵੀ ਵੱਖਰਾ ਹੀ ਕਿੱਸਾ ਹੈ। ਡੰਡੀ ਇਸ ਥਾਂ 'ਤੇ ਪੁਰਾਤੱਤਵੀ ਥੇਹ ਤਾਂ ਸਭ ਨੂੰ ਨਜ਼ਰ ਆਉਂਦੇ ਸਨ ਅਤੇ ਵਿਭਾਗੀ ਸਰਵੇਅਰ ਚਾਰਲਸ ਜੇ ਰੌਜਰਜ਼ ਨੇ 1888-99 ਦੀ ਰਿਪੋਰਟ ਵਿੱਚ
ਇਹਨਾਂ ਦਾ ਥੋੜ੍ਹਾ ਜਿਹਾ ਜ਼ਿਕਰ ਵੀ ਕੀਤਾ ਸੀ, ਪਰ ਪੰਜਾਬੀ ਸ਼ਾਰਟਹੈਂਡ ਡਿਕਟੇਸ਼ਨ ਸਪੀਡ 95 ਸ਼ਬਦ ਪ੍ਰਤੀ ਮਿੰਟ। ਬੀ ਰੈਡੀ, ਸਟਾਰਟ। ਥੇਹਾਂ ਦੀ ਖੁਦਾਈ ਹੋ ਚੁੱਕੀ ਸੀ ਅਤੇ ਇਹ ਸਾਫ਼ ਹੋ ਚੁੱਕਾ ਸੀ ਕਿ ਇਹ ਸਾਰੇ ਥੇਹ ਕਿਸੇ ਪੁਰਾਤਨ ਸ਼ਹਿਰੀ ਸੱਭਿਅਤਾ ਦੇ ਸਨ। ਡੰਡੀ, ਇਸ ਸੱਭਿਅਤਾ ਦੇ ਸਾਰੇ ਖੁਦਾਈ ਕੀਤੇ ਥੇਹ ਸਿੰਧ ਘਾਟੀ ਦੇ ਇਲਾਕੇ ਵਿੱਚ ਸਥਿਤ ਸਨ। ਡੰਡੀ, ਇਸ ਕਾਰਨ ਇਸ ਨੂੰ ਸਿੰਧ ਘਾਟੀ ਦੀ ਸੱਭਿਅਤਾ ਦਾ ਨਾਂ ਦੇ ਦਿੱਤਾ ਗਿਆ। ਡੰਡੀ, 1947 ਵਿੱਚ ਹਿੰਦੁਸਤਾਨ ਦੀ ਵੰਡ ਹੋ ਜਾਣ ਕਾਰਨ ਇਹ ਸਾਰੇ ਥਾਂ ਨਵੇਂ ਬਣੇ ਮੁਲਕ ਪਾਕਿਸਤਾਨ ਵਿੱਚ ਰਹਿ ਗਏ। ਡੰਡੀ, ਭਾਰਤੀ ਪੁਰਾਤੱਤਵ ਵਿਭਾਗ ਨੇ ਇਸ ਸੱਭਿਅਤਾ ਦੀਆਂ ਕੁਝ ਥਾਵਾਂ ਭਾਰਤ ਪਾਕਿਸਤਾਨ ਸਰਹੱਦ ਦੇ ਇਸ ਪਾਸੇ ਵੀ ਹੋਣ ਦੀ ਸੰਭਾਵਨਾ ਬਾਰੇ ਵਿਚਾਰ ਕੀਤਾ, ਜਿਨ੍ਹਾਂ ਦੀ ਉਦੋਂ ਤੀਕ ਖੁਦਾਈ ਨਾ ਕੀਤੀ ਗਈ ਹੋਵੇ। ਡੰਡੀ, ਇਹ ਸੋਚ ਕੇ ਵਿਭਾਗ ਨੇ ਆਜ਼ਾਦ ਭਾਰਤ ਵਿਚਲੇ ਕੁਝ ਪੁਰਾਤੱਤਵੀ ਥੇਹਾਂ ਦੀ ਵਿਧੀਵਤ ਖੁਦਾਈ ਕਰਵਾਉਣ ਬਾਰੇ ਯੋਜਨਾ ਬਣਾਈ। ਡੰਡੀ, ਖੁਦਾਈ ਲਈ ਸਭ ਤੋਂ ਪਹਿਲਾਂ ਰੋਪੜ ਦਾ ਥੇਹ ਚੁਣਿਆ ਗਿਆ ਸੀ। ਡੰਡੀ, ਇਹ ਖੁਦਾਈ ਡਾਕਟਰ Y.D. ਸ਼ਰਮਾ ਦੀ ਅਗਵਾਈ ਵਿੱਚ 1952 ਤੋਂ 1955 ਤੀਕ ਲਗਭਗ 4 ਸਾਲ ਚੱਲੀ। ਡੰਡੀ, ਪਤਾ ਲੱਗਾ ਕਿ ਸਿੰਧ ਘਾਟੀ ਦੀ ਸੱਭਿਅਤਾ ਦੇ ਥੇਹਾਂ ਤੋਂ ਪ੍ਰਾਪਤ ਪੁਰਾਤਨ ਅਵਸ਼ੇਸ਼ਾਂ ਵਰਗੇ ਹੀ ਸਗੋਂ ਇਹਨਾਂ ਤੋਂ ਵੀ ਪੁਰਾਤਨ ਅਵਸ਼ੇਸ਼ ਇੱਥੇ ਵੀ ਮੌਜੂਦ ਸਨ। ਡੰਡੀ, ਇਹਨਾਂ ਅਵਸ਼ੇਸ਼ਾਂ ਨੇ ਇਹ ਸਿੱਧ ਕਰ ਦਿੱਤਾ ਕਿ ਰੋਪੜ ਵਿਖੇ ਵਸੋਂ ਲਗਭਗ 5000 ਸਾਲ ਪਹਿਲਾਂ ਵੀ ਮੌਜੂਦ ਸੀ। ਡੰਡੀ, ਉਂਝ ਕਿਸੇ ਪੁਰਾਤੱਤਵੀ ਖੁਦਾਈ ਦਾ ਮਹੱਤਵ ਇਸ ਵਿੱਚ ਪ੍ਰਾਪਤ ਵਸਤਾਂ ਦਾ ਡੂੰਘਾ ਅਧਿਐਨ ਕਰਕੇ ਇਸ ਦੀ ਵਿਸਤ੍ਰਿਤ ਰਿਪੋਰਟ ਛਾਪੀ ਜਾਣ 'ਤੇ ਹੀ ਪਤਾ ਲੱਗਦਾ ਹੈ, ਜੋ ਉਸ ਖੋਜ ਦਾ ਬਾਕੀ ਇਤਿਹਾਸ ਵਿੱਚ ਸਥਾਨ ਨਿਸ਼ਚਿਤ ਕਰੇ ਅਤੇ ਸਮਕਾਲੀ ਜਾਂ ਬਾਅਦ ਦੇ ਹੋਰ ਵਿਦਵਾਨਾਂ ਦੇ ਕੰਮ ਆ ਸਕੇ। ਡੰਡੀ, ਪਰ ਇਸ ਮਾਮਲੇ ਵਿੱਚ ਸਾਡੇ ਸਰਕਾਰੀ ਵਿਭਾਗਾਂ ਦੀ ਕਾਰਕਰਦਗੀ ਸ਼ਰਮਨਾਕ ਹੈ। ਡੰਡੀ, ਰੋਪੜ ਦੀ ਖੁਦਾਈ ਹੋਣ ਤੋਂ ਲਗਭਗ 70 ਸਾਲ ਮਗਰੋਂ ਵੀ ਅੱਜ ਤੀਕ ਇਸ ਦੀ ਕੋਈ ਰਿਪੋਰਟ ਨਹੀਂ ਛਪੀ। ਡੰਡੀ, Y.D. ਸ਼ਰਮਾ ਦੇ ਕੱਢੇ ਸਿੱਟੇ ਉਹਨਾਂ ਦੇ ਦੇਹਾਂਤ ਦੇ ਨਾਲ ਹੀ ਦਫਨ ਹੋ ਗਏ। ਡੰਡੀ, ਇਹੋ ਹਾਲ ਪੰਜਾਬ ਦੇ ਪੁਰਾਤੱਤਵੀ ਵਿਭਾਗ ਦਾ ਹੈ। ਡੰਡੀ, ਇਹਨਾਂ ਰਾਹੀਂ ਕੀਤੀਆਂ ਕੁਝ ਕੁ ਖੁਦਾਈਆਂ ਵਿੱਚੋਂ ਵੀ ਕਿਸੇ ਦੀ ਕੋਈ ਵਿਧੀਵਤ ਰਿਪੋਰਟ ਮੌਜੂਦ ਨਹੀਂ ਹੈ। ਡੰਡੀ, ਹੁਣ ਤਾਂ ਖੁਦਾਈ ਕਰਨ ਵਾਲਿਆਂ 'ਚੋਂ ਸ਼ਾਇਦ ਕੋਈ ਜਿਉਂਦਾ ਵੀ ਨਹੀਂ ਬਚਿਆ ਹੋਇਆ। ਡੰਡੀ, ਜਦੋਂ 1995 ਵਿੱਚ ਵਿਨੀ ਮਹਾਜਨ ਰੋਪੜ ਦੀ ਡਿਪਟੀ ਕਮਿਸ਼ਨਰ ਨਿਯੁਕਤ ਹੋਈ ਤਾਂ ਉਸਨੇ ਸ਼ਹਿਰ ਦੇ ਪੁਰਾਤੱਤਵੀ ਮਹੱਤਵ ਬਾਰੇ ਸੈਮੀਨਾਰ ਕਰਵਾਇਆ ਸੀ, ਜਿਸ ਵਿੱਚ ਡਾਕਟਰ Y.D. ਸ਼ਰਮਾ ਤੋਂ ਇਲਾਵਾ ਡਾਕਟਰ ਰੋਮਿਲ ਥਾਪਰ, ਡਾਕਟਰ B.N. ਗੋਸਵਾਮੀ ਅਤੇ ਡਾਕਟਰ ਦੇਵਿੰਦਰ ਹਾਂਡਾ ਵਰਗੀਆਂ ਸ਼ਖਸੀਅਤਾਂ ਨੇ ਵੀ ਹਿੱਸਾ ਲਿਆ ਸੀ। ਡੰਡੀ, ਅਫਸੋਸ ਕਿ ਇਹ ਸੈਮੀਨਾਰ ਵੀ ਕਾਗਜ਼ੀ ਕਾਰਵਾਈ ਤੋਂ ਅੱਗੇ ਨਾ ਤੁਰ ਸਕਿਆ। ਡੰਡੀ, ਖੈਰ, ਅਸੀਂ ਮੁੱਖ ਵਿਸ਼ੇ ਵੱਲ ਮੁੜਦੇ ਹਾਂ। ਡੰਡੀ, ਰੋਪੜ ਦੇ ਥੇਹ ਦੀ ਖੁਦਾਈ ਦੇ ਇੱਧਰ ਉੱਧਰ ਮਿਲਦੇ ਛੋਟੇ-ਮੋਟੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਇੱਥੋਂ ਵੱਡ ਆਕਾਰੀ ਤਰਾਸ਼ੀਆਂ ਹੋਈਆਂ ਇੱਟਾਂ, ਪਕਾਈ ਮਿੱਟੀ ਦੇ ਤਰ੍ਹਾਂ ਦੇ ਭਾਂਡੇ, ਖਿਡੌਣੇ, ਮਣਕੇ, ਅਨੇਕਾਂ ਰਾਜਿਆਂ ਦੇ ਸਿੱਕੇ ਅਤੇ ਹੋਰ ਵਸਤਾਂ ਪ੍ਰਾਪਤ ਹੋਈਆਂ ਸਨ। ਡੰਡੀ, ਕੁਝ ਭਾਂਡਿਆਂ ਉੱਪਰ ਹੜੱਪਾ ਦੀ ਲਿਪੀ ਦੇ ਚਿੰਨ੍ਹ ਵੀ ਹਨ, ਜਿਨ੍ਹਾਂ ਨੂੰ ਪੜ੍ਹਨ ਵਿੱਚ ਹੁਣ ਤੀਕ ਦੁਨੀਆ ਦਾ ਕੋਈ ਵਿਦਵਾਨ ਸਫਲ ਨਹੀਂ ਹੋ ਸਕਿਆ। ਉਂਝ ਪੜ੍ਹਨ ਦੇ ਯਤਨ ਨਿਰੰਤਰ ਜਾਰੀ ਹਨ। ਡੰਡੀ,
ਇਹ ਸਾਰੀਆਂ ਵਸਤਾਂ